ਬੱਸ ਡਰਾਈਵਰ ਨਾਲ ਉਹਦੀ ਜ਼ਨਾਨੀ ਨਾਰਾਜ਼ ਹੋ ਗਈ। ਉਹ ਆਂਦੀ ਹੈ ਮੈਂ ਘਰ ਛੱਡ ਕੇ ਚੱਲੀ ਆ, ਮੈਂ ਤੇਰੇ ਨਾਲ ਨਹੀਂ ਰਹਿਣਾ। ਯੂਰਪ 'ਚ ਤੁਹਾਨੂੰ ਪਤਾ ਹੈ ਬੱਸ ਦਾ ਲਾਇਸੈਂਸ ਕਰਨਾ ਕੋਈ ਸੌਖੀ ਜੀ ਗੱਲ ਨਹੀਂ ਹੈ। 2-2 3-3 ਸਾਲ ਬੰਦੇ ਲਾਉਂਦੇ ਨੇ, ਫਿਰ ਵੀ ਹੋ ਸਕਦਾ ਲਾਇਸੈਂਸ ਨਾ ਕਰ ਸਕਣ, ਕਈ ਤੇ ਅੱਧ ਵਿੱਚ ਹੀ ਛੱਡ ਦਿੰਦੇ ਨੇ। ਜਵਾਨ ਕਹਿੰਦਾ ਮੰਮੀ ਇੱਥੇ ਨਵਾਂ ਨਵਾਂ ਆਇਆ ਸਾਂ ਤੇ ਆਉਂਦਿਆਂ ਸਾਥ ਮੈਨੂੰ ਕੰਮ ਤੇ ਕੋਈ ਪੱਕਾ ਲੱਭਾ ਕੋਈ ਨਹੀਂ ਸੀ, ਕਿਧਰੇ 2 ਘੰਟੇ ਲਾ ਲਏ, ਕਿਧਰੇ 3 ਲਾ ਲਏ, ਲੇਕਿਨ ਕਹਿੰਦਾ ਪਰ ਮੇਰਾ ਇਸ ਤਰ੍ਹਾਂ ਹੀ ਸਿਲਸਿਲਾ ਚੱਲ ਰਿਹਾ ਸੀ। ਕਹਿੰਦਾ ਮੈਂ ਇੱਕ ਦੁਕਾਨ ਤੇ ਖਲੋਤਿਆ ਸਾਂ, ਉੱਥੇ ਆਪਣਾ ਇੱਕ ਦੇਸੀ ਆਇਆ, ਉਹਦੇ ਨਾਲ ਸਲਾਮ ਅਲੈਕਮ ਹੋਈ ਤੇ ਕਹਿੰਦਾ ਉਹਨੇ ਵਰਦੀ ਪਾਈ ਸੀ। ਮੈਂ ਉਹਨੂੰ ਪੁੱਛਿਆ ਕਿ ਤੁਸੀਂ ਕੀ ਕੰਮ ਕਰਦੇ ਹੋ? ਕਹਿੰਦਾ ਜੀ ਮੈਂ ਬੱਸ ਚਲਾਨਾ। ਮੈਨੂੰ ਵੀ ਉਹਨੇ ਪੁੱਛਿਆ ਤੂੰ ਕੀ ਕਰਨੇ? ਕਹਿੰਦਾ ਮੈਂ ਕਿਹਾ ਮੇਰੇ ਕੋਲ ਕੋਈ ਪੱਕਾ ਕੰਮ ਤੇ ਹੈ ਨਹੀਂ, ਕਿਧਰੇ 2 ਘੰਟੇ ਲਾ ਲਏ, ਕਿਧਰੇ 3 ਲਾ ਲਏ, ਇਸ ਤਰ੍ਹਾਂ ਹੀ ਮੇਰਾ ਸਿਲਸਿਲਾ ਚੱਲ ਰਿਹਾ। ਉਹ ਮੈਨੂੰ ਕਹਿੰਦਾ ਕਿ ਤੂੰ ਲਾਈ ਨਾ ਮੇਰੇ ਡੇਰੇ ਤੇ ਚੱਕਰ। ਕਹਿੰਦਾ ਮੈਨੂੰ ਪਤਾ ਹੀ ਕੋਈ ਨਹੀਂ ਇੱਥੇ ਡੇਰਿਆਂ ਦਾ ਕੀ ਹਿਸਾਬ ਹੁੰਦਾ, ਕਿਸ ਤਰ੍ਹਾਂ ਸਿਸਟਮ ਚੱਲਦਾ। ਕਹਿੰਦਾ ਮੈਂ ਕਿਹਾ ਅੱਛਾ ਠੀਕ ਹੈ। ਕਹਿੰਦਾ ਉਹਨੇ ਮੇਰਾ ਨੰਬਰ ਵੀ ਲੈ ਲਿਆ। ਕਹਿੰਦਾ ਕਰਦਿਆਂ ਕਹਿੰਦਾ ਮਹੀਨਾ ਗੁਜ਼ਰ ਗਿਆ, ਮੈਨੂੰ ਕੋਈ ਨਾ ਯਾਦ ਰਿਹਾ ਕਿ ਉਹਦਾ ਡੇਰਾ ਸ਼ੇਰਾ ਵੀ ਹੈ। ਪਰ ਕਹਿੰਦਾ ਫਿਰ ਉਹ ਦੁਕਾਨ ਤੇ ਆਇਆ, ਕੁਦਰਤੀ ਮੈਂ ਜਿਹੜਾ ਉੱਥੇ ਹੀ ਮੌਜੂਦ ਆਇਆ। ਮੈਨੂੰ ਕਹਿੰਦਾ ਕਿ ਯਾਰ ਤੂੰ ਚੱਕਰ ਨਹੀਂ ਲਾਇਆ? ਕਹਿੰਦਾ ਮੈਂ ਕਿਹਾ ਮੈਨੂੰ ਪਤਾ ਹੀ ਕੋਈ ਨਹੀਂ ਕਿੱਥੇ ਡੇਰਾ ਕੀ ਹਿਸਾਬ ਕਿਤਾਬ। ਉਹਨੇ ਕਿਹਾ ਚੱਲ ਸਹੀ ਹੈ, ਕੱਲ ਜਿਹੜਾ 7 ਵਜੇ ਮੈਂ ਤੈਨੂੰ ਇੱਥੇ ਸ਼ਾਮੀ ਚੁੱਕ ਲਵਾਉਣਾ। ਕਿਹਾ ਠੀਕ ਹੈ। ਕਹਿੰਦਾ ਉਹ ਆ ਗਿਆ 7 ਵਜੇ। ਕਹਿੰਦਾ ਜਿਵੇਂ ਮੈਂ ਉਹਦੀ ਗੱਡੀ ਤੱਕੀ, ਚੰਗੀ ਚਮਕੀ ਧਮਕੀ, ਤੇ ਕਹਿੰਦਾ ਨਵਾਂ ਬ੍ਰਾਂਡ ਆਇਆ ਗੱਡੀ ਦਾ। ਕਹਿੰਦਾ ਮੈਨੂੰ ਨਾਲ ਬਿਠਾ ਲਿਓ ਤੇ ਗੱਪਸ਼ਪ ਮੇਰੇ ਨਾਲ ਲਾਣ ਲੱਗ ਪਿਆ। ਕਹਿੰਦਾ ਇਸ ਲਈ ਉੱਥੇ ਡੇਰੇ ਤੇ ਲੈ ਗਿਆ, ਜਾ ਕੇ ਦੇਖਿਆ ਤੇ ਬਾਹਰ ਜਿਹੜਾ ਬਿਹਤਰੀਨ ਗੱਡੀਆਂ ਖਲੋਤੀਆਂ, ਨਵੀਆਂ ਸਾਰੀਆਂ ਖਲੋਤੀਆਂ। ਕਹਿੰਦਾ ਜਿਉਂ ਹੀ ਮੈਂ ਅੰਦਰ ਗਿਆ ਉੱਥੇ ਸੋਫੇ ਕਮਰੇ 'ਚ ਲੱਗੇ ਸੀ ਤੇ ਕਹਿੰਦਾ ਢੇਰ ਹੀ ਬੰਦੇ ਬੈਠੇ, ਸਾਰਿਆਂ ਵਰਦੀਆਂ ਪਾਈਆਂ ਤੇ ਸਾਰੇ ਬੱਸ ਡਰਾਈਵਰ। ਕਹਿੰਦਾ ਸਾਰਿਆਂ ਨਾਲ ਸਲਾਮ ਅਲੈਕਮ ਹੋਈ। ਕਹਿੰਦਾ ਸਲਾਮ ਸ਼ਾਮ ਲੈ ਕੇ ਮੈਂ ਬਹਿ ਗਿਆ, ਆਪਣਾ ਵੀ ਤਾਰਫ ਕਰਾਇਆ। ਕਹਿੰਦਾ ਗੱਪਸ਼ਪ ਲਾਣ ਲੱਗ ਪਏ। ਉਸ ਤੋਂ ਬਾਅਦ ਉਹ ਉੱਠੇ ਤੇ ਉੱਠ ਕੇ ਫਰਿੱਜ 'ਚੋਂ ਗੋਸ਼ਤ ਵਗੈਰਾ ਕੱਢਿਆ ਤੇ ਗ੍ਰਿਲ ਕਰਨਾ ਸ਼ੁਰੂ ਹੋ ਗਏ। ਕਹਿੰਦਾ ਮੈਂ ਵੀ ਨਾਲ ਬਹਿ ਗਿਆ। ਕਹਿੰਦਾ ਮੈਨੂੰ ਇਹ ਲੱਗਾ ਕਿ ਬੜਾ ਇੰਜੋਏ ਕਰ ਰਹੇ, ਇਹਨਾਂ ਦੀ ਤੇ ਬੜੀ ਜ਼ਿੰਦਗੀ ਜਿਹੜੀ ਹੈ ਸੈੱਟ ਹੈ। ਕਹਿੰਦਾ ਕਰਦਿਆਂ ਕਰਾਇਆ ਜਾਂ ਮੈਂ ਉਹਨਾਂ ਕੋਲ ਮਹੀਨੇ 2 ਬਹਿੰਦਾ ਰਿਹਾ ਤੇ ਕਹਿੰਦਾ ਮੇਰਾ ਵੀ ਦਿਲ ਕਰੇ ਕਿ ਕਿਸੇ ਤਰੀਕੇ ਨਾਲ ਮੈਂ ਵੀ ਜਿਹੜਾ ਬੱਸ ਡਰਾਈਵਰ ਬਣ ਜਾ। ਕਹਿੰਦਾ ਮੈਂ ਉਹਨਾਂ ਨੂੰ ਆਖਿਆ ਕਿ ਯਾਰ ਮੇਰਾ ਵੀ ਦਿਲ ਹੈ ਕਿ ਮੈਂ ਵੀ ਲਾਇਸੈਂਸ ਕਰ ਲਾਂ। ਕਹਿੰਦਾ ਸਾਰੇ ਹੱਸਣ ਲੱਗ ਪਏ। ਉਹਨਾਂ ਆਖਿਆ ਐਡਾ ਸੌਖਾ ਨਹੀਂ ਹੈ ਲਾਇਸੈਂਸ ਕਰਨਾ, ਇੱਥੇ ਬੜੇ ਬੰਦੇ ਨੇ 2-2 3-3 ਸਾਲ ਲਾਉਂਦੇ ਨੇ, ਛੱਡ ਦਿੰਦੇ ਨੇ। ਹੋਰ ਛੱਡ ਕੇ ਬੰਦੇ ਨੂੰ ਪਹਿਲੀ ਗੱਲ ਹੈ ਜ਼ਬਾਨ ਆਉਣੀ ਚਾਹੀਦੀ ਹੈ। ਕਹਿੰਦਾ ਮੈਂ ਕਿਹਾ ਕੋਈ ਨਹੀਂ ਤੱਕਨੇ ਆ, ਕੋਸ਼ਿਸ਼ ਕਰਾਂਗੇ। ਕਹਿੰਦਾ ਮੈਂ ਜਾ ਕੇ ਮਾਲੂਮਾਤ ਲਈ। ਉਹਨਾਂ ਆਖਿਆ ਜੀ ਤੂੰ ਇੰਗਲਿਸ਼ 'ਚ ਵੀ ਕਰ ਸਕਨੇ। ਕਹਿੰਦਾ ਮੈਂ ਜਾ ਕੇ ਇੰਗਲਿਸ਼ 'ਚ ਸਾਰਾ ਦਾਖਲਾ ਲੈ ਲਿਆ। ਕਹਿੰਦਾ ਜਿਸ ਵੇਲੇ ਮੈਂ ਦਾਖਲਾ ਲੈ ਕੇ ਸ਼ੁਰੂ ਕੀਤਾ ਤੇ ਕਹਿੰਦਾ ਪਹਿਲਾਂ ਤਾਂ ਮੈਨੂੰ ਬੜੀ ਮੁਸ਼ਕਲ ਲੱਗਿਆ ਕਿ ਹੋ ਸਕਦਾ ਕਿ ਮੈਂ ਜਿਹੜਾ ਨਾ ਕਰ ਸਕਾਂ। ਕਹਿੰਦਾ ਕਰਦਿਆਂ ਕਰਾਂ ਮੈਂ ਸਾਲ ਪੂਰਾ ਲਾਇਆ ਤੇ ਮੈਂ ਥਿਵਰੀ ਕਰ ਲਈ। ਕਹਿੰਦਾ ਜਿਸ ਵੇਲੇ ਥਿਵਰੀ ਮੇਰੀ ਮੁਕੰਮਲ ਹੋ ਗਈ ਤੇ ਪਿੱਛੋਂ ਜ਼ਨਾਨੀ ਜਿਹੜੀ ਹੈ ਉਹ ਮੇਰੀ ਸੋੜੀ ਪੈ ਗਈ। ਉਹਨੇ ਆਖਿਆ ਜੀ ਸਾਨੂੰ ਵੀ ਬੁਲਾਓ, ਤੁਸੀਂ ਇਕੱਲੇ ਹੀ ਉੱਥੇ ਰਹਿੰਦੇ ਹੋ ਪਏ। ਕਹਿੰਦਾ ਮੈਂ ਫਿਰ ਲਾਇਸੈਂਸ ਜਿਹੜਾ ਨਾ ਉੱਥੇ ਹੀ ਛੱਡ ਦਿੱਤਾ। ਮੈਂ ਕਿਹਾ ਚਲੋ ਪ੍ਰੈਕਟੀਕਲ ਬਾਅਦ 'ਚ ਕਰ ਲਾਂਗਾ, ਪਹਿਲਾਂ ਜਿਹੜਾ ਆਪਣੀ ਫੈਮਿਲੀ ਬੁਲਾ ਲਾਂ। ਕਹਿੰਦਾ ਥੋੜੇ ਜਿਹੇ ਪੈਸੇ ਇਕੱਠੇ ਕੀਤੇ ਤੇ ਇੱਕ ਮਕਾਨ ਕਿਰਾਏ ਤੇ ਲਿਆ ਤੇ ਆਪਣੀ ਫੈਮਿਲੀ ਅਪਲਾਈ ਕੀਤੀ। ਕਹਿੰਦਾ ਫੈਮਿਲੀ ਅਪਲਾਈ ਕੀਤੀ ਤੇ ਬੜੀ ਜਲਦੀ ਵੀਜ਼ਾ ਲੱਗ ਗਿਆ। ਕਹਿੰਦਾ 2 ਬੱਚੇ ਸੀ ਉਸ ਟਾਈਮ ਮੇਰੇ। ਕਹਿੰਦਾ ਇੱਥੇ ਆ ਕੇ ਮੈਂ ਬੜਾ ਖੁਸ਼ ਹੋ ਗਿਆ। ਜ਼ਨਾਨੀ ਵਾਤੀ ਅੱਗੂ ਪਿੱਛੂ ਕੰਮ ਦਾ ਪਤਾ ਕੀਤਾ। ਕਹਿੰਦਾ ਉਹ ਇੱਕ ਬੱਸ ਡਰਾਈਵਰ ਐਸੀ, ਉਹਦਾ ਕੋਈ ਰਿਸ਼ਤੇਦਾਰ ਸੀ, ਉਹਨੇ ਕੰਪਨੀ ਬਣਾਈ ਸੀ। ਕਹਿੰਦਾ ਉਹਨੇ ਮੇਰੀ ਜ਼ਨਾਨੀ ਨੂੰ ਕੰਮ ਤੇ ਉੱਥੇ ਜਿਹੜਾ ਲਵਾ ਦਿੱਤਾ। ਕਹਿੰਦਾ ਮੈਂ ਖੁਸ਼ ਹੋ ਗਿਆ, ਚਲੋ ਜ਼ਨਾਨੀ ਵੀ ਲੱਗ ਗਈ ਹੈ, ਮੈਂ ਵੀ ਕੰਮ ਲੱਗੀ ਹਾਂ। ਕਹਿੰਦਾ ਮੈਂ ਜ਼ਨਾਨੀ ਨੂੰ ਆਖਿਆ ਕਿਉਂ ਨਾ ਮੈਂ ਜਿਹੜਾ ਇਸ ਤਰ੍ਹਾਂ ਲਾਇਸੈਂਸ ਕਰ ਲਵਾਂ ਬੱਸ ਦਾ ਪੂਰਾ ਜਿਹੜਾ। ਉਹਨੇ ਆਖਿਆ ਠੀਕ ਹੈ ਕਰ ਲੈ, ਕੋਈ ਨਹੀਂ ਮਸਲਾ, ਮੈਂ ਵੀ ਕੰਮ ਲੱਗੀ ਹਾਂ, ਚਲੋ ਘਰ ਦਾ ਖਰਚਾ ਚੁੱਕਿਆ, ਬੱਸ ਦਾ ਤੁਸੀਂ ਲਾਇਸੈਂਸ ਕਰ ਲਓ। ਕਹਿੰਦਾ ਬੜਾ ਹੀ ਪਿਆਰ ਆਇਆ ਆਪੇ 'ਚ। ਕਹਿੰਦਾ ਕਰਦਿਆਂ ਕਰਾਇਆ ਸਾਡੇ 4 ਬੱਚੇ ਹੋ ਗਏ ਸੀ ਤੇ ਲਾਇਸੈਂਸ ਜਿਹੜਾ ਮੈਂ ਉਹ ਕਰ ਲਿਆ ਸੀ, ਮੈਂ ਵੀ ਬੜਾ ਖੁਸ਼ ਆਇਆ। ਕਹਿੰਦਾ ਬਹਰਹਾਲ ਜਿਹੜਾ ਨਾ ਅੱਗੋਂ ਮੈਨੂੰ ਕੰਮ ਨਹੀਂ ਸੀ ਲੱਭਦਾ ਪਿਆ ਬੱਸ ਦਾ, ਪੂਰਾ ਸਾਲ ਜਿਹੜਾ ਮੈਂ ਇੰਤਜ਼ਾਰ ਕੀਤਾ। ਉਸ ਤੋਂ ਬਾਅਦ ਜਿਹੜਾ ਮੇਰਾ ਨੰਬਰ ਆਇਆ, ਢੇਰ ਬੰਦਿਆਂ ਨੇ ਲਾਇਸੈਂਸ ਕਰ ਲਿਆ ਸੀ। ਕਹਿੰਦਾ ਮੈਂ ਜਿਹੜਾ ਫਿਰ ਉਹ ਬੱਸ ਦਾ ਡਰਾਈਵਰ ਬਣ ਗਿਆ। ਕਹਿੰਦਾ ਅੱਗੋਂ ਮੈਂ ਬੱਸ ਚਲਾਉਣੀ ਸ਼ੁਰੂ ਕਰ ਦਿੱਤੀ। ਕਹਿੰਦਾ ਮੈਂ ਵੀ ਉਹਨਾਂ ਨਾਲ ਜਾ ਕੇ ਬਹਿੰਦਾ ਸਾਂ। ਕਹਿੰਦਾ ਸਾਡੇ ਵਿੱਚ ਇੱਕ ਕਨੈਕਸ਼ਨ ਆਇਆ ਕਿ ਸਾਰਿਆਂ ਜਿਸ ਵੇਲੇ ਵਿਹਲੇ ਹੁੰਦੇ ਸੀ ਨਾ ਫੋਨ ਤੇ ਕਾਲ ਮਿਲਾ ਲੈਂਦੇ ਸੀ ਤੇ ਕਹਿੰਦਾ ਗੱਪ ਲਾਉਂਦੇ ਰਹਿੰਦੇ ਸੀ ਸਾਰੇ। ਕਹਿੰਦਾ ਹੋਰ ਛੱਡ ਕੇ ਬੱਸ ਚਲਾਉਂਦਿਆਂ ਵੀ ਜਿਹੜਾ ਸਪੀਕਰ ਖੋਲ੍ਹਿਆ ਹੁੰਦਾ ਸੀ ਤੇ ਆਪੇ 'ਚ ਗੱਪਾਂ ਲਾਉਂਦੇ ਰਹਿੰਦੇ ਸਾਂ। ਕਹਿੰਦਾ ਪਤਾ ਨਹੀਂ ਸੀ ਲੱਗਦਾ ਡਿਊਟੀ ਦਾ। ਕਹਿੰਦਾ ਜ਼ਨਾਨੀ ਦਾ ਤੇ ਪਤਾ ਹੀ ਕੋਈ ਨਹੀਂ ਸੀ ਕਿ ਜ਼ਨਾਨੀ ਨੇ ਵੀ ਘਰ ਕਾਲ ਕਰਨੀ ਹੈ ਜਾਂ ਉਹਨੂੰ ਪੁੱਛਣਾ ਜਾਂ ਬੱਚਿਆਂ ਦਾ ਪੁੱਛਣਾ। ਕਹਿੰਦਾ ਕਦੇ ਨਹੀਂ ਕਾਲ ਕੀਤੀ, ਜਿੰਨੀ ਦੇਰ ਡਿਊਟੀ ਤੇ ਹੋਏ ਆ ਆਪਣੇ ਯਾਰਾਂ ਦੋਸਤਾਂ ਨਾਲ ਹੀ ਗੱਪਾਂ ਲਾਈਆਂ ਨੇ। ਜਿਸ ਵੇਲੇ ਵੀਕਐਂਡ ਹੋਣਾ, ਜੁੰਮਾ ਹੋਣਾ, ਕਹਿੰਦਾ ਸਾਰਿਆਂ ਨੇ ਉੱਥੇ ਟੁਰ ਜਾਣਾ, ਗੋਸ਼ਤ ਵਗੈਰਾ ਲਿਆ ਕੇ ਕਿਸੇ ਨਾ ਕਿਸੇ ਦੀ ਡਿਊਟੀ ਲੱਗੀ ਹੋਣੀ ਹੈ, ਜਾ ਕੇ ਡੇਰੇ ਤੇ ਇੰਜੋਏ ਕਰਨਾ। ਕਹਿੰਦਾ ਡੇਰੇ ਤੇ ਇਹ ਹਿਸਾਬ ਹੈ ਜਿਹੜਾ ਉਹ ਕਮਰਾ ਜਿਹਾ ਲੈ ਹੈ ਉਹਦੇ ਸਾਰਿਆਂ ਰਲ ਕੇ ਕਿਰਾਇਆ ਦੇਣਾ ਹੁੰਦਾ ਹੈ। ਹੋਰ ਛੱਡ ਕੇ ਵੀਕਐਂਡ ਜਿਹੜੇ ਪੈਸੇ ਹੁੰਦੇ ਨੇ ਖਾਣੇ ਦੇ ਉਹ ਸਾਰੇ ਇਕੱਠੇ ਕਰਕੇ ਉੱਥੇ ਗ੍ਰਿਲ ਵਗੈਰਾ ਕਰੀਦੇ ਸੀ, ਕੋਈ ਨਾ ਕੋਈ ਖਾਣਾ ਮਾਣਾ ਜਿਹੜਾ ਬਣਾਉਂਦਿਆ ਰਵੀਦਾ ਸੀ। ਕਹਿੰਦਾ ਇਸ ਤਰ੍ਹਾਂ ਸਿਲਸਿਲਾ ਚੱਲ ਰਿਹਾ ਸੀ। ਕਹਿੰਦਾ ਕਰਦਿਆਂ ਕਿਰਾਇਆ ਜਿਹੜਾ ਕਾਫੀ ਜਿਹਾ 10 ਸਾਲ ਗੁਜ਼ਰ ਕੇ। ਕਹਿੰਦਾ ਬੱਚੇ ਮੇਰੇ ਵੀ ਵੱਡੇ ਹੋ ਗਏ, ਲੇਕਿਨ ਇਹ ਹੈ ਕਿ ਕਹਿੰਦਾ ਮੈਂ ਘਰ ਟਾਈਮ ਕੋਈ ਨਹੀਂ ਸੀ ਦਿੰਦਾ। ਕਹਿੰਦਾ 2-3 ਵਾਰੀ ਜਿਹੜਾ ਮੈਂ ਪਾਕਿਸਤਾਨ ਵੀ ਗਿਆ। ਕਹਿੰਦਾ ਮੈਂ ਜਿਹੜਾ ਬੱਚਿਆਂ ਨੂੰ ਨਾਲ ਨਹੀਂ ਖੜਿਆ, ਜ਼ਨਾਨੀ ਨੂੰ ਕੱਲਿਆਂ ਟੋਰਿਆ ਕਿ ਜਾ ਤੂੰ ਬੱਚਿਆਂ ਨਾਲ ਚੱਕਰ ਲਾ ਆ। ਕਹਿੰਦਾ ਆਪੂ ਜਿਹੜੇ ਮੇਰੇ ਨਾਲ ਯਾਰ ਦੋਸਤ ਨੇ ਬੱਸ ਡਰਾਈਵਰ, ਉਹਨਾਂ ਨਾਲ ਮੈਂ ਪਾਕਿਸਤਾਨ ਜਾਂਦਾ ਰਿਹਾ, ਜਾ ਕੇ ਚੱਕਰ ਲਾ ਕੇ ਆਉਂਦਾ ਰਿਹਾ। ਕਹਿੰਦਾ 10 ਸਾਲਾਂ 'ਚ ਇੱਕ ਵਾਰੀ ਵੀ ਮੈਂ ਆਪਣੀ ਜ਼ਨਾਨੀ ਤੇ ਬੱਚੇ ਲੈ ਕੇ ਇਕੱਠੇ ਪਾਕਿਸਤਾਨ ਨਹੀਂ ਗਏ। ਕਹਿੰਦਾ ਪਾਕਿਸਤਾਨ ਜਗ੍ਹਾ ਵੀ ਲਈ ਹੈ, ਉਹ ਵੀ ਜ਼ਨਾਨੀ ਨੇ ਲਈ ਹੈ ਤੇ ਮਕਾਨ ਦੇ ਜਿਹੜੇ ਪੈਸੇ ਲੱਗੇ ਨੇ ਮੇਰੇ ਕੋਲ ਲੈਂਦੀ ਰਹੀ ਹੈ, ਕੁਝ ਆਪਣੇ ਕੋਲ ਪਾ ਕੇ ਉਹਨੇ ਹੀ ਉੱਥੇ ਪਾਕਿਸਤਾਨ ਬਣਾਏ। ਕਹਿੰਦਾ ਲੇਕਿਨ ਮੈਂ ਜਿਹੜਾ ਆਪੂ ਬਿਲਕੁਲ ਕੋਈ ਤਵੱਜੋ ਨਹੀਂ ਦਿੱਤੀ। ਕਹਿੰਦਾ 10 ਸਾਲ ਜਿਹੜੇ ਇਸ ਤਰ੍ਹਾਂ ਹੀ ਗੁਜ਼ਰ
ਕਰਨਗੇ ਸਾਡਾ ਸਿਲਸਿਲਾ ਜਿਹੜਾ ਉਸ ਤਰ੍ਹਾਂ ਚੱਲੇ। ਕਹਿੰਦਾ ਰਾਤੀ ਕਿਰੇ ਮੈਂ 1 ਵਜੇ ਘਰ ਆਉਣਾ, 2 ਵਜੇ ਘਰ ਆਉਣਾ। ਕਹਿੰਦਾ ਇੱਕ ਦਿਨ ਜਨਾਨੀ ਮੈਨੂੰ ਆਖਦੀ ਹੈ ਕਿ ਤੁਸੀਂ ਘਰ ਟਾਈਮ ਨਹੀਂ ਦਿੰਦੇ, ਆਪਣੇ ਬੱਚਿਆਂ ਵੱਲ ਗੌਰ ਕਰੋ, ਤੁਹਾਡਾ ਮੁੰਡਾ ਵੱਡਾ ਹੋਇਆ ਹੈ, ਬਾਹਰ ਸਿਗਰਟ ਪੀਂਦਾ ਹੈ, ਅੱਧੀ ਰਾਤੀ ਘਰ ਕੋ ਨਹੀਂ ਆਉਂਦਾ। ਕਹਿੰਦਾ ਮੈਂ ਉਹਨੂੰ ਬੁਲਾਇਆ, ਮੈਂ ਉਹਨੂੰ ਆਖਿਆ ਉਰਾਵੇਂ ਨਾ ਤੇ ਸੋਫੇ ਤੇ ਬਹਿ। ਕਹਿੰਦਾ ਬਿਠਾ ਕੇ ਮੈਂ ਉਹਨੂੰ ਆਖਿਆ ਕੀ ਗੱਲ ਹੈ, ਤੂੰ ਰਾਤੀ ਲੇਟ ਕਿਉਂ ਆਉਨੇ? ਕਹਿੰਦਾ ਉਹ ਤੇ ਵਾਲ ਤਰ੍ਹਾਂ ਬੋਲਦਾ ਵੀ ਨਹੀਂ ਸੀ ਹੈ, ਉਹਨੂੰ ਸਮਝ ਨਹੀਂ ਆਉਂਦੀ ਕਿ ਮੈਂ ਕੀ ਗੱਲ ਕਰਾਂ। ਕਹਿੰਦਾ ਮੈਂ ਕਦੇ ਉਹਦੇ ਕੋਲ ਬੈਠਾ ਵਾਂ ਤੇ ਤਾਂ ਨਾ। ਕਹਿੰਦਾ ਮੇਰੇ ਤੇ ਯਾਰ ਦੋਸਤ ਸੀ, ਬਸ ਉਹ ਬੱਸ ਡਰਾਈਵਰ, ਮੇਰੀ ਤੇ ਫੈਮਿਲੀ ਉਹ ਬਣ ਗਏ ਸੀ, ਮੈਨੂੰ ਤੇ ਪਤਾ ਹੀ ਕੋਈ ਨਹੀਂ ਸੀ ਕਿ ਮੇਰੇ ਬੱਚਿਆਂ ਦਾ ਵੀ ਕੋਈ ਮੇਰਾ ਟਾਈਮ ਮੰਗਦੇ ਨੇ। ਬਹਰਹਾਲ ਕਹਿੰਦਾ ਮੈਂ ਜਿਹੜਾ ਉਹਨੂੰ ਪੁੱਛਿਆ ਤੇ ਉਹ ਕੋ ਨਾ ਬੋਲਿਆ ਚੱਲਿਆ। ਕਹਿੰਦਾ ਮੈਂ ਜਨਾਨੀ ਨੂੰ ਆਖਿਆ ਕਿ ਇਹਨੂੰ ਮੈਂ ਸਮਝਾਇਆ, ਅੱਗੂ ਜੇ ਕੀਤੀ ਉਹਨਾਂ ਨੇ ਮੈਂ ਇਹਨੂੰ ਪਟਕਾਰ ਲਾਂਗਾ। ਨਾਨੀ ਕਹਿੰਦੀ ਆ ਹੁਣ ਤੁਸੀਂ ਇਹਨੂੰ ਕੀ ਪਟਕਾਰ ਲਾਣੇ ਨੇ, ਐਡਾ ਵੱਡਾ ਹੋਇਆ, ਇਹ ਤੇ ਮੇਰੀ ਨਹੀਂ ਗੱਲ ਸੁਣਦਾ, ਇਹ ਨਾ ਵੇ ਤੁਹਾਡੇ ਗਲੇ ਪੈ ਜੇ। ਕਹਿੰਦਾ ਮੈਂ ਕਿਹਾ ਤੱਕਾਂਗਾ, ਅਗਲੀ ਵਾਰੀ ਮੇਰੀ ਨਾ ਗੱਲ ਸੁਣੀ ਮੈਂ ਤੱਕਣਾ ਕਿਸ ਤਰ੍ਹਾਂ ਮੇਰੇ ਗਲੇ ਪੈਂਦਾ। ਬਹਰਹਾਲ ਕਹਿੰਦਾ ਮੁੰਡਾ ਜਿਹੜਾ ਬਿਲਕੁਲ ਬਾਜ਼ ਕੋਨਾ ਆਇਆ। ਕਹਿੰਦਾ ਮੈਂ ਜਿਸ ਵੇਲੇ ਫਿਰ ਘਰ ਆਇਆ ਮੈਂ ਆ ਕੇ ਨਾ ਉਹਨੂੰ ਕੰਨੂ ਫੜ ਲਿਆ। ਕਹਿੰਦਾ ਉਹਨੇ ਫਟਣ ਮੇਰਾ ਹੱਥ ਛਡਾਇਆ ਤੇ ਅੱਗੂ ਗੁੱਸੇ ਨਾਲ ਗੱਲਾਂ ਕਰਨ ਲੱਗ ਪਿਆ ਕਿ ਮੈਨੂੰ ਹੱਥ ਨਾ ਲਾਈ ਐ ਵੀ। ਕਹਿੰਦਾ ਮੈਂ ਤੱਕਣ ਲੱਗ ਪਿਆ, ਮੈਂ ਕਿਹਾ ਕਿਸ ਤਰ੍ਹਾਂ ਮੇਰੇ ਨਾਲ ਗੱਲ ਪਿਆ ਕਰਦਾ ਹੈ। ਕਹਿੰਦਾ ਮੇਰਾ ਵੀ ਰੰਗ ਉੱਡ ਗਿਆ, ਮੁੰਡਾ ਜਵਾਨ ਹੋਇਆ ਤੇ ਮੇਰੇ ਨਾਲ ਇਸ ਤਰ੍ਹਾਂ ਗੱਲ ਪਿਆ ਕਰਦਾ ਹੈ। ਕਹਿੰਦਾ ਮੈਂ ਉਹਨੂੰ ਆਖਿਆ ਕਿ ਬਦਤਮੀਜ਼ੀ ਨਾਲ ਗੱਲ ਨਾ ਕਰ। ਕਹਿੰਦਾ ਚੁੱਪ ਕਰਕੇ ਤੂੰ ਟੁਰ ਜਾ, ਇਹ ਨਾ ਹੋਵੇ ਮੈਂ ਤੇਰੇ ਮੂੰਹ ਤੇ ਮੁੱਕਾ ਮਾਰ ਦਿਆਂ। ਕਹਿੰਦਾ ਮੈਨੂੰ ਉਹਨੇ ਇਸ ਤਰ੍ਹਾਂ ਹੀ ਆਖਿਆ। ਕਹਿੰਦਾ ਮੈਂ ਬਿਲਕੁਲ ਖਾਮੋਸ਼ ਹੋ ਗਿਆ, ਇੰਜ ਲੱਗਾ ਕਿ ਮੇਰੇ ਦਿਲ ਤੇ ਨਾ ਦਰਦ ਹੋ ਗਿਆ, ਖਿੱਚੀ ਜੀ ਲੱਗ ਗਈ ਹੈ। ਬਹਰਹਾਲ ਕਹਿੰਦਾ ਮੈਂ ਚੁੱਪ ਕਰ ਗਿਆ। ਕਹਿੰਦਾ ਅੱਗੋਂ ਮੁੰਡੇ ਜਿਹੜੇ ਨੇ ਉਹ ਮੁੜੇ ਕੇ ਕਹਿੰਦਾ ਹਰ ਭਾਈਏ ਨੇ ਸਾਰੇ, ਕਹਿੰਦਾ ਕਾਲ ਕਰਨ ਕਿ ਆ ਨਾ ਡੇਰੇ ਤੇ। ਕਹਿੰਦਾ ਮੈਂ ਜਿਸ ਡੇਰੇ ਤੇ ਗਿਆ ਤੇ ਬੜਾ ਮੈਂ ਪਰੇਸ਼ਾਨ ਰਿਹਾ ਕਿ ਮੈਂ ਤੇ ਇਹਨਾਂ ਬੰਦਿਆਂ 'ਚ ਬਹਿ ਕੇ ਇਤਨਾ ਆਪਣਾ ਟਾਈਮ ਜ਼ਾਇਆ ਕੀਤਾ, ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ, ਮੇਰਾ ਮੁੰਡਾ ਜਿਹੜਾ ਉਹ ਕੀ ਬਣ ਗਏ ਹੈ। ਕਹਿੰਦਾ ਬਹਰਹਾਲ ਨਾ ਮੈਂ ਇਹ ਸੋਚਿਆ ਕਿ ਮੈਂ ਇੱਕ ਵਾਰੀ ਘਰ ਜਾ ਕੇ ਮੁੰਡੇ ਨਾਲ ਗੱਲ ਕਰਾਂਗਾ। ਕਹਿੰਦਾ ਜਿਸ ਵੇਲੇ ਜਾ ਕੇ ਮੁੰਡੇ ਨਾਲ ਮੈਂ ਗੱਲ ਕੀਤੀ, ਮੈਂ ਕਿਹਾ ਯਾਰ ਤੂੰ ਅੱਜ ਗਲਤ ਕੀਤਾ ਮੇਰੇ ਨਾਲ। ਕਹਿੰਦਾ ਉੱਠ ਕੇ ਮੇਰੇ ਕੋਲੋਂ ਟੁਰ ਗਿਆ। ਕਹਿੰਦਾ ਮੈਂ ਜਨਾਨੀ ਕੋਲ ਗਿਆ, ਮੈਂ ਕਿਹਾ ਬਈ ਵਾਕਈ ਮੁੰਡਾ ਤੇ ਸਾਡਾ ਬੜਾ ਖਰਾਬ ਹੋ ਗਿਆ। ਉਹ ਕਹਿੰਦੀ ਆ ਹੁਣ ਮੇਰੇ ਨਾਲ ਕੋਈ ਗੱਲ ਨਾ ਕਰੋ, ਤੁਸੀਂ ਜਿਹੜਾ ਟਾਈਮ ਐ ਸੀ ਉਹ ਲੰਘਾ ਦਿੱਤਾ, ਮੈਂ ਤੇ ਹੁਣ ਆਪੂ ਇਹ ਸੋਚਣੀ ਆ ਪਈ ਕਿ ਮੈਂ ਤੁਹਾਡੇ ਤੋਂ ਲਾਦਾ ਹੋ ਜਾ। ਕਹਿੰਦਾ ਮੈਂ ਕਿਹਾ ਕਿਹੜੀ ਗੱਲ ਪਈ ਕਰਨੀ ਹੈ? ਉਹਨੇ ਆਖਿਆ ਨਾ ਮੈਂ ਹੁਣ ਜਿਹੜਾ ਤੁਹਾਡੇ ਨਾਲ ਨਹੀਂ ਰਹਿਣਾ, ਮੈਂ ਲਾਦਾ ਰਹਿਣਾ, ਕਿਉਂਕਿ ਮੈਂ ਰੱਜੀ ਪੁੱਜੀ ਤੁਸੀਂ ਰਹੋ ਆਪਣੇ ਜਿਹੜੇ ਬੱਸਾਂ ਵਾਲੇ ਯਾਰ ਦੋਸਤ ਨੇ ਉਹਨਾਂ ਨਾਲ, ਤੁਹਾਡੇ ਕੋਲ ਟਾਈਮ ਕੋਈ ਨਹੀਂ ਹੈ। ਮੈਂ ਬੱਚਿਆਂ ਦਾ ਧਿਆਨ ਰੱਖਾਂ ਜਾਂ ਨਾ ਰੱਖਾਂ, ਬੱਚਾ ਵੱਡਾ ਜਿਹੜਾ ਉਹ ਖਰਾਬ ਹੋ ਗਿਆ, ਹੁਣ ਇਸ ਤੋਂ ਬਾਅਦ ਜਿਹੜਾ ਤੇਰੀ ਮੇਰੀ ਕੋਈ ਗੱਲਬਾਤ ਨਹੀਂ। ਕਹਿੰਦਾ ਮੈਂ ਉਹਦੇ ਅੱਗੇ ਮਿੰਨਤਾਂ ਕੀਤੀਆਂ, ਮੈਂ ਕਿਹਾ ਚੱਲ ਇੱਕ ਵਾਰੀ ਮੈਨੂੰ ਮਾਫੀ ਦੇ, ਅੱਗੋਂ ਮੈਂ ਬੱਚਿਆਂ ਨੂੰ ਟਾਈਮ ਦਿਆਂਗਾ। ਕਹਿੰਦਾ ਪਰ ਮੈਂ ਉਹਨੂੰ ਜਿਹੜਾ ਮਨਾ ਲਿਆ ਉਸ ਟਾਈਮ। ਪਰ ਫਿਰ ਕਹਿੰਦਾ ਮੈਂ ਜੇ ਉੱਥੇ ਡੇਰੇ ਤੇ ਗਿਆ, ਕਹਿੰਦਾ ਸਾਰੇ ਬੈਠੇ, ਉਹਨਾਂ ਆਖਿਆ ਜੀ ਗੱਲ ਸੁਣੋ, ਸਾਰੇ ਮਿਲ ਜੁਲ ਕੇ ਨਾ ਚਲੀਏ ਜਾ ਕੇ ਪਾਕਿਸਤਾਨ ਦਾ ਚੱਕਰ ਲਾ ਕੇ ਆਈਏ, ਉੱਥੇ ਕੋਈ ਗੱਡੀ ਛੱਡੀ ਕਰਾਂਗੇ, ਆਪਣਾ ਇੰਜੋਇਮੈਂਟ ਕਰਾਂਗੇ। ਕਹਿੰਦਾ ਪਹਿਲਾਂ ਤੇ ਮੈਂ ਉਹਨਾਂ ਅੱਗੇ ਨਾ ਕੀਤੀ, ਉਹਨਾਂ ਕਿਹਾ ਨਾ ਤੂੰ ਤੇ ਪਹਿਲਾਂ ਜਾਣਾ ਹੈ, ਬਾਕੀ ਸਾਰੇ ਤੂੰ ਨਾ ਗਿਆ ਤੇ ਸਾਰਿਆਂ ਦੀ ਸਲਾਹ ਜਿਹੜੀ ਹੈ ਉਹ ਖਤਮ ਹੋ ਜਾਣੀ ਹੈ। ਕਹਿੰਦਾ ਮੈਂ ਕਿਹਾ ਚਲੋ ਸਹੀ ਹੈ, ਤਿਆਰੀ ਬਣਾ ਲਓ, ਲੱਗੇ ਚੱਲਨੇ ਆ। ਕਹਿੰਦਾ ਉਹਨਾਂ ਪੈਸੇ ਸ਼ੈਸੇ ਇਕੱਠੇ ਕੀਤੇ, ਕਹਿੰਦਾ ਟਿਕਟਾਂ ਸ਼ਿਕਟਾਂ ਸਾਰਿਆਂ ਦੀਆਂ ਕਰਵਾਈਆਂ। ਕਹਿੰਦਾ ਮੈਂ ਜਨਾਨੀ ਨੂੰ ਕੌਣ ਸੀ ਦੱਸਿਆ, ਕਹਿੰਦਾ ਮੈਂ ਡਰਦਾ ਸਾ ਪਿਆ ਉਹਨੂੰ ਦੱਸਾਂ ਜਾਂ ਨਾ ਦੱਸਾਂ। ਬਹਰਹਾਲ ਕਹਿੰਦਾ ਮੈਂ ਜਿਸ ਵੇਲੇ ਟਾਈਮ ਆ ਗਿਆ ਮੇਰੇ ਜਾਣ ਦਾ, ਮੈਂ ਆ ਕੇ ਜਨਾਨੀ ਨੂੰ ਪੋਲਾ ਜਿਹਾ ਕਮਰੇ 'ਚ ਆਖਿਆ ਕਿ ਇਸ ਤਰ੍ਹਾਂ ਜਿਹੜਾ ਮੈਂ ਆਪਣੇ ਯਾਰ ਦੋਸਤ ਜਿਹੜੇ ਨੇ ਉਹਨਾਂ ਨਾਲ ਜਿਹੜਾ ਪਾਕਿਸਤਾਨ ਚੱਲਾਂ। ਕਹਿੰਦਾ ਉਹ ਇੰਜ ਮੇਰੇ ਵੱਲ ਗੁੱਸੇ ਨਾਲ ਤੱਕ ਕੇ ਨਾ ਕਹਿੰਦਾ ਮੈਨੂੰ ਕਹਿੰਦੀ ਹੈ ਕਿ ਤੂੰ ਹੈ ਹੀ ਬਗੈਰਤ ਹੈ, ਤੈਨੂੰ ਕਿਸੇ ਗੱਲ ਦੀ ਸਮਝ ਹੀ ਕੋਈ ਨਹੀਂ, ਤੂੰ ਉਦੋਂ ਮੇਰੇ ਕੋਲੋਂ ਮਾਫੀ ਮੰਗੀ ਹੈ ਤੇ ਮੈਂ ਕਿਹਾ ਚੱਲ ਸਹੀ ਹੈ, ਹੁਣ ਤੂੰ ਪਾਕਿਸਤਾਨ ਚੱਲੇ ਉਹਨਾਂ ਨਾਲ। ਕਹਿੰਦਾ ਜਿਸ ਵੇਲੇ ਉਹਨੇ ਆਖਿਆ ਨਾ ਬਗੈਰਤ, ਕਹਿੰਦਾ ਮੈਨੂੰ ਵੀ ਗੁੱਸਾ ਚੜ ਗਿਆ, ਮੈਂ ਸੱਟੀ ਉਹਦੇ ਮੂੰਹ ਤੇ ਚੰਡ ਟਕਾ ਕੇ। ਕਹਿੰਦਾ ਉਹ ਰੋਣ ਲੱਗ ਪਈ, ਉਹਨੇ ਆਖਿਆ ਤੈਨੂੰ ਪਤਾ ਹੀ ਨਹੀਂ ਕਿਸੇ ਚੀਜ਼ ਦਾ, ਮੈਂ ਹਮੇਸ਼ਾ ਤੇਰਾ ਸਾਥ ਦਿੱਤਾ ਹੈ, ਕੰਮ ਕਰਦੀ ਰਹੀ ਹਾਂ ਨਾਲ, ਤੈਨੂੰ ਫਿਕਰ ਹੀ ਨਹੀਂ ਘਰ ਦੀ, ਹੁਣ ਤੂੰ ਮੇਰੇ ਨਾਲ ਇਹ ਸਲੂਕ ਪਿਆ ਕਰਨੇ। ਕਹਿੰਦਾ ਮੈਂ ਕਿਹਾ ਜਾ ਜੋ ਕਰਨੀ ਕਰ ਲੈ। ਕਹਿੰਦਾ ਮੈਂ ਉਹ ਤੂੰ ਆਪਣਾ ਬੈਗ ਬੰਨਿਆ ਤੇ ਯਾਰਾਂ ਦੋਸਤਾਂ ਨਾਲ ਜਿਹੜਾ ਕਹਿੰਦਾ ਉਹ ਪਾਕਿਸਤਾਨ ਟੁਰ ਗਿਆ। ਕਹਿੰਦਾ ਪਾਕਿਸਤਾਨ ਜਾ ਕੇ ਆਪਣਾ ਫਿਰਿਆ ਟੁਰਿਆ, ਇੰਜੋਏ ਬੜਾ ਕੀਤਾ। ਕਹਿੰਦਾ ਉੱਥੇ ਜਾ ਕੇ ਮੈਨੂੰ ਪਿੱਛੇ ਤਾਂ ਹੋਸ਼ ਹੀ ਕੋਨਾ, ਨਾ ਜਨਾਨੀ ਨੇ ਪਿੱਛੋਂ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੇ ਹੋ ਕਿੱਥੇ ਨਹੀਂ, ਮੈਨੂੰ ਵੀ ਨਹੀਂ ਪਤਾ ਉਹ ਪਿੱਛੋਂ ਕੀ ਕਰਨ ਲੱਗੇ ਨੇ। ਬਹਰਹਾਲ ਕਹਿੰਦਾ ਉੱਥੇ ਇੰਜੋਇਮੈਂਟ ਕਰਕੇ 20-25 ਦਿਨ ਜਿਹੜਾ ਕਹਿੰਦਾ ਪੂਰਾ ਮਜ਼ੇ ਲੈ ਕੇ ਫੋਟੋਆਂ ਸ਼ੋਟੋਆਂ ਫੇਸਬੁੱਕ ਤੇ ਲਾ ਕੇ, ਕਹਿੰਦਾ ਜਿਸ ਵੇਲੇ ਇੱਥੇ ਵਾਪਸ ਆਏ, ਕਹਿੰਦਾ ਘਰ ਆ ਕੇ ਮੈਂ ਬੈਲ ਮਾਰੀ ਤੇ ਦਰਵਾਜ਼ਾ ਹੀ ਕੋਈ ਨਾ ਬੰਦਾ ਖੋਲੇ। ਕਹਿੰਦਾ ਬੈਲ ਮਾਰੀ 2-3 ਕੋਨਾ ਖੁੱਲਿਆ। ਕਹਿੰਦਾ ਫਿਰ ਮੇਰੇ ਕੋਲ ਚਾਬੀ ਜਿਹੜੀ ਹੈ ਗੱਡੀ 'ਚ ਮੈਨੂੰ ਯਾਦ ਆਇਆ ਕਿ ਉਹ ਪਈ ਹੈ। ਕਹਿੰਦਾ ਜਾ ਕੇ ਖੋਲਿਆ ਦਰਵਾਜ਼ਾ ਤੇ ਦੇਖਿਆ ਤੇ ਅੰਦਰ ਬੰਦੇ ਹੀ ਕੋਨਾ ਤੇ ਸਮਾਨ ਵੀ ਕੋਨਾ ਪਿਆ। ਕਹਿੰਦਾ ਇੱਕ ਬੈੱਡ ਪਿਆ ਸੀ ਤੇ ਉੱਤੇ ਮੇਰਾ ਕੰਬਲ ਪਿਆ ਸੀ, ਹੋਰ ਕੋਈ ਸ਼ੈ ਨਹੀਂ। ਕਹਿੰਦਾ ਮੈਂ ਕਿਹਾ ਕਿੱਧਰ ਗਏ ਨੇ? ਕਹਿੰਦਾ ਜਨਾਨੀ ਨੂੰ ਮੈਂ ਕਾਲ ਮਾਰੀ, ਉਹ ਮੇਰਾ ਫੋਨ ਕੋਨਾ ਚੁੱਕੇ। ਕਹਿੰਦਾ ਜਿਸ ਵੇਲੇ ਮੈਂ 4-5 ਵਾਰੀ ਕਾਲ ਕੀਤੀ ਹੈ ਫਿਰ ਉਹਨੇ ਚੁੱਕੀ, ਉਹਨੇ ਆਖਿਆ ਕੀ ਤਕਲੀਫ ਹੀ? ਕਹਿੰਦਾ ਇਸੇ ਤਰ੍ਹਾਂ ਉਹਨੇ ਗੱਲ ਕੀਤੀ ਮੇਰੇ ਨਾਲ। ਮੈਂ ਕਿਹਾ ਗੱਲ ਸੁਣ ਕਿ ਘਰ ਤੇ ਸ਼ੈ ਹੀ ਕੋਈ ਨਹੀਂ, ਕਿੱਧਰ ਗਈ ਹੈ? ਤੇ ਉਹਨੇ ਆਖਿਆ ਗੱਲ ਸੁਣ ਮੈਂ ਜਿੱਥੇ ਵੀ ਗਈ ਹਾਂ ਹੁਣ ਤੇਰਾ ਸਾਡੇ ਨਾਲ ਕੋਈ ਤਲਕ ਨਹੀਂ, ਨਾ ਮੇਰੇ ਬੱਚਿਆਂ ਨਾਲ ਕੋਈ ਤਲਕ ਹੈ, ਇਸ ਵਾਸਤੇ ਅੱਜ ਤੋਂ ਬਾਅਦ ਤੂੰ ਉਸੇ ਮਕਾਨ 'ਚ ਇਕੱਲਾ ਰਹਿ, ਆਪਣਾ ਸਿਲਸਿਲਾ ਚਲਾ, ਨਾ ਮੇਰੇ ਨਾਲ ਅੱਜ ਤੋਂ ਬਾਅਦ ਰਾਬਤਾ ਕਰਨ ਦੀ ਕੋਸ਼ਿਸ਼ ਕਰੀ, ਨਾ ਮੈਂ ਤੇਰੇ ਨਾਲ ਕਰਾਂ। ਕਹਿੰਦਾ ਪਰ ਉਹਨੇ ਮੇਰੇ ਨਾਲ ਜਿਹੜਾ ਨਾ ਉਹ ਰਾਬਤਾ ਖਤਮ ਕਰ ਦਿੱਤਾ। ਕਹਿੰਦਾ ਮੈਂ ਕਿਹਾ ਉਸ ਦਾ ਮਹੀਨਾ 2 ਜਿਹੜਾ ਵਾਪਸ ਆ ਜਾਏਗੀ, ਲੇਕਿਨ ਕਹਿੰਦਾ ਉਹ ਕੋਨ ਆਈ। ਮੈਂ ਫਿਰ ਪਤਾ ਕਰਨਾ ਸ਼ੁਰੂ ਕਰ ਉਹ ਹੈ ਕਿੱਥੇ ਹੈ। ਕਹਿੰਦਾ ਬਹਰਹਾਲ ਮੈਂ ਪਤਾ ਕਰਕੇ ਨਾ
ਫਿਰ ਉੱਥੇ ਮੈਂ ਜਾ ਕੇ ਉਹਨਾਂ ਦੇ ਬੈਲ ਸ਼ੈਲ ਮਾਰੀ, ਮੈਂ ਕਿਹਾ ਵੀ ਇਸ ਤਰ੍ਹਾਂ ਮੈਨੂੰ ਉਹਨੇ ਕਿਹਾ ਮਾਫੀ ਸ਼ਾਫੀ ਤੈਨੂੰ ਕੋਈ ਨਹੀਂ ਲੱਭਣੀ ਹੈ ਵੀ ਇਸ ਵਾਸਤੇ ਤੂੰ ਜਿਹੜਾ ਨਾ ਆਪਣਾ ਲਾਦੇ ਹੀ ਰਹਿ। ਕਹਿੰਦਾ ਉਹਨੇ ਕੋਈ ਨਾ ਮੈਨੂੰ ਮਾਫ ਕੀਤਾ। ਕਹਿੰਦਾ ਮੈਂ ਸੋਚਿਆ ਕਿ ਮੈਂ ਇਹਨਾਂ ਯਾਰਾਂ ਦੋਸਤਾਂ ਤੋਂ ਰੱਜਿਆ ਪੁੱਜਿਆ, ਮੈਂ ਇਹਨਾਂ ਨਾਲ ਨਹੀਂ ਰਹਿਣਾ ਜਿਹੜੇ ਬੱਸ ਡਰਾਈਵਰ ਨੇ ਸਾਰੇ। ਕਹਿੰਦਾ ਮੈਂ ਉਹਨਾਂ ਨੂੰ ਆਖਿਆ ਕਿ ਲੋ ਜੀ ਅੱਜ ਤੋਂ ਬਾਅਦ ਮੇਰਾ ਤੁਹਾਡਾ ਕੋਈ ਤਲਕ ਨਹੀਂ, ਮੈਂ ਜਿਹੜਾ ਨਾ ਆਪਣੀ ਬੱਸ ਚਲਾਵਾਂਗਾ ਤੇ ਘਰ ਹੀ ਜਾਵਾਂਗਾ। ਹੋਰ ਮੇਰਾ ਕੋਨਾ ਆਖਿਆ ਇਹ ਕਿਹੜੀ ਗੱਲ? ਉਹਨੇ ਕਿਹਾ ਯਾਰ ਬਸ ਜਿਹੜਾ ਨਾ ਮੇਰੇ ਸਾਰੇ ਰਿਸ਼ਤੇ ਖਤਮ ਹੋ ਗਏ ਨੇ ਤੁਹਾਡੇ ਚੱਕਰਾਂ 'ਚ। ਕਹਿੰਦਾ ਉਹਨਾਂ ਨੂੰ ਮੈਂ ਅੱਲਾ ਹਾਫਿਜ਼ ਕੀਤਾ। ਕਹਿੰਦਾ ਮੈਂ ਘਰ ਆ ਗਿਆ। ਕਹਿੰਦਾ ਘਰ ਆ ਕੇ ਮੈਂ ਜ਼ਨਾਨੀ ਨੂੰ ਵਾਇਸ ਮੈਸੇਜ ਕੀਤਾ ਕਿ ਇਸ ਤਰ੍ਹਾਂ ਜਿਹੜਾ ਨਾ ਅੱਜ ਮੈਂ ਸਾਰਿਆਂ ਨੂੰ ਬੋਲ ਕੇ ਕਹਿ ਆ ਕਿ ਮੇਰਾ ਤੁਹਾਡੇ ਨਾਲ ਕੋਈ ਤਲਕ ਨਹੀਂ। ਕਹਿੰਦਾ ਜ਼ਨਾਨੀ ਨੇ ਅੱਗੂ ਜਿਹੜਾ ਮੈਨੂੰ ਮੈਸੇਜ ਨਹੀਂ ਕੀਤਾ, ਕਹਿੰਦਾ ਹਾਲੇ ਲਿਖ ਕੇ ਉਹਨੇ ਆਖਿਆ ਦਫਾ ਉੱਪਰ। ਕਹਿੰਦਾ ਇੰਨਾ ਕਰਕੇ ਤੇ ਕਹਿੰਦਾ ਉਹਨੇ ਉਸ ਤੋਂ ਬਾਅਦ ਮੇਰੇ ਨਾਲ ਰਾਬਤਾ ਕੋਨਾ ਕੀਤਾ। ਕਹਿੰਦਾ 2-3 ਸਾਲ ਜਿਹੜਾ ਮੈਂ ਕੰਮ ਕਰਦਾ ਰਹਿਣਾ, ਕਹਿੰਦਾ ਮੈਂ ਜਾ ਕੇ ਨਾ ਲੈਟਰ ਬਾਕਸ 'ਚ ਜਾ ਕੇ ਨਾ ਆਪਣੀ ਤਨਖਾਹ ਦੇ ਪੈਸੇ ਪਾਉਂਦਾ ਸਾਂ। ਕਹਿੰਦਾ ਤਾਂ ਕਿ ਉਹਨਾਂ ਨੂੰ ਲੱਭ ਜਾਣ, ਕਿਉਂਕਿ ਇਕੱਲੀ ਬੱਚਿਆਂ ਨਾਲ ਜਿਹੜਾ ਸਿਲਸਿਲਾ ਆਪਣਾ ਨਹੀਂ ਚਲਾ ਸਕਦੀ। ਕਹਿੰਦਾ ਮੈਂ ਪੈਸੇ ਪਾਉਂਦਾ ਸਾਂ। 2-3 ਸਾਲ ਇਸ ਤਰ੍ਹਾਂ ਹੀ ਗੁਜ਼ਰ ਕੇ ਕਹਿੰਦਾ ਫਿਰ ਮੈਂ ਬਾਅਦ ਸੋਚਿਆ ਇੱਕ ਵਾਰੀ ਫੇਰ ਜਾ ਕੇ ਚੱਕਰ ਲਾ, ਮੇਰਾ ਨਹੀਂ ਸੀ ਗੁਜ਼ਾਰਾ ਉਹਦੇ ਬਗੈਰ। ਕਹਿੰਦਾ ਬੜਾ ਪਿਆਰ ਕਰਦਾ ਸਾਂ ਉਹਨੂੰ। ਕਹਿੰਦਾ ਫੇਰ ਜਾ ਕੇ ਉਹਦੀਆਂ ਜਾ ਕੇ ਮਿੰਨਤਾਂ ਕੀਤੀਆਂ, ਤਰਲੇ ਕੀਤੇ, ਉਹਨੂੰ ਜਾ ਕੇ ਕਸਮ ਚੁੱਕ ਕੇ ਦੱਸਿਆ ਕਿ ਬਿਲਕੁਲ ਜਿਹੜਾ ਉਹਨਾਂ ਬੰਦਿਆਂ ਨਾਲ ਮੇਰਾ ਕੋਈ ਤਲਕ ਨਹੀਂ ਹੋਇਆ, ਮੈਂ ਉਹਨਾਂ ਨੂੰ ਛੱਡ ਦਿੱਤੇ ਹੈ। ਇਸ ਵਾਸਤੇ ਤੂੰ ਮਿਹਰਬਾਨੀ ਕਰ ਤੇ ਹੁਣ ਮੇਰੇ ਨਾਲ ਇਕੱਠੀ ਰਹਿ, ਇਸ ਵਾਸਤੇ ਮੈਂ ਇਕੱਲਾ ਨਹੀਂ ਰਹਿ ਸਕਦਾ। ਕਹਿੰਦਾ ਫਿਰ ਬੜੀ ਮੁਸ਼ਕਿਲਾਂ ਉਹਨੂੰ ਮਨਾਇਆ ਤੇ ਫਿਰ ਕਹਿੰਦਾ ਉਹਦੇ ਨਾਲ ਮੈਂ ਇਕੱਠਾ ਹੋਇਆ। ਕਹਿੰਦੀ ਹੈ ਕਿ ਜਿਹੜਾ ਨਾ ਤੂੰ ਬੱਸ ਚਲਾ ਕੇ ਤੇ ਨਾਲ ਉਹ ਦੂਸਰੇ ਬੰਦਿਆਂ ਨਾਲ ਰਹਿ ਕੇ ਤੈਨੂੰ ਘਰ ਦਾ ਪਤਾ ਹੀ ਕੋਈ ਨਹੀਂ ਸੀ। ਪਰ ਕਹਿੰਦਾ ਫਿਰ ਆਸਤਾ ਆਸਤਾ ਉਹਨੇ ਸਿਲਸਿਲਾ ਠੀਕ ਕੀਤਾ, ਆਪਣੇ ਮੁੰਡੇ ਵੱਡੇ ਨੂੰ ਵੀ ਸਮਝਾਇਆ ਕਿ ਤੂੰ ਠੀਕ ਹੋ ਜਾ। ਕਹਿੰਦਾ ਫਿਰ ਉਹਨੂੰ ਪਾਕਿਸਤਾਨ ਖੜਿਆ, ਜਾ ਕੇ ਉਹਦੀ ਸ਼ਾਦੀ ਕੀਤੀ। ਕਹਿੰਦਾ ਫਿਰ ਇੱਥੇ ਲੈ ਕੇ ਆਏ ਆ, ਉਹਦੀ ਬੀਵੀ ਲੈ ਕੇ ਆਏ ਆ। ਕਹਿੰਦਾ ਹੁਣ ਮਾਸ਼ਾਅੱਲਾ ਠੀਕ ਹੈ, ਆਪਣਾ ਕੰਮ ਕਰਦਾ ਹੈ, ਇੱਜ਼ਤ ਵੀ ਕਰਦਾ ਹੈ। ਲੇਕਿਨ ਕਹਿੰਦਾ ਮੈਂ ਵੀ ਜ਼ਿਆਦਾ ਉਹਦੇ ਤੇ ਸਖਤੀ ਹੁਣ ਕੋਈ ਨਹੀਂ ਕਰਦਾ, ਜ਼ਾਹਰੀ ਗੱਲ ਹੈ ਸ਼ਾਦੀशुदा ਹੈ। ਲੇਕਿਨ ਕਹਿੰਦਾ ਮੈਂ ਇਹ ਨਹੀਂ ਸੀ ਕਦੇ ਸੋਚਿਆ ਕਿ ਮੈਂ ਇਸ ਤਰ੍ਹਾਂ ਆਪਣੇ ਬੀਵੀ ਬੱਚਿਆਂ ਤੋਂ ਦੂਰ ਹੋ ਜਾਵਾਂਗਾ ਤੇ ਉਹਨਾਂ ਯਾਰੀ ਦੋਸਤੀ ਦੇ ਚੱਕਰਾਂ 'ਚ ਪੈ ਜਾਵਾਂਗਾ। ਇਸ ਵਾਸਤੇ ਬੱਸ ਚਲਾਣੀ ਹੈ 100 ਵਾਰੀ ਚਲਾਓ, ਲੇਕਿਨ ਆਪਣੀ ਫੈਮਿਲੀ ਨੂੰ ਤਾਂ ਟਾਈਮ ਦਿਓ, ਉਹ ਜ਼ਰੂਰੀ ਹੈ। ਬਾਕੀ ਕੋਸ਼ਿਸ਼ ਕਰਿਆ ਕਰੋ, ਲਾਈਕ ਤੇ ਕਮੈਂਟਸ ਲਾਜ਼ਮੀ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। ਬਾਕੀ ਆਪਣੀ ਸਿਹਤ ਦਾ ਵੀ ਖਿਆਲ ਰੱਖਿਆ ਕਰੋ, ਲੇਕਿਨ ਲਾਈਕ ਲਾਜ਼ਮੀ ਕਰਿਆ ਕਰੋ। ਥੈਂਕ ਯੂ ਸੋ ਮਚ।